ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ 'ਤੇ ਅਰਥ ਕਰਾਂਗੇ। ਅੱਜ ਆਸਾ ਮਹੱਲਾ ਪਹਿਲਾ ਦੇ 12ਵੇਂ ਸ਼ਬਦ ਦੀ ਵਾਰੀ ਹੈ ਜੀ। ਏਕ ਓਂਕਾਰ ਸਤਿਗੁਰੂ ਪ੍ਰਸਾਦ। ਆਸਾ ਮਹੱਲਾ ਪਹਿਲਾ। ਕਹਾਂ ਸੋ ਖੇਲ ਤਬੇਲਾ ਘੋੜੇ ਕਹਾਂ ਭੇਰੀ ਸਹਿਨਾਈ। कहाँ सो तेग बांध गाड़े रण कहाँ सो लाल कवाई। कहाँ सो खेल तबेला घोड़े कहाँ पेरी सहनाई। कहाँ सो तेग बांध का गाड़े रण कहाँ सो लाल कवाई। कहाँ सो आरसिया मुँह बंके ऐथे दिसे नाही। कहाँ सो आरसिया मुँह बंके ऐथे दिसे नाही। ए जग तेरा तू गोसाई एक घड़ी में थाप थापे जर वंड देवे पाई। ये जग तेरा तू गोसाई एक घड़ी में थाप थापे जर वंड देवे पाई। रहाओ कहाँ सो कर दर मंड महला कहाँ सो बंक सराई। कहाँ सो कर दर मंडप महला कहाँ सो बंक सराई। कहाँ सो सेज सुखाली कामण जिस वेख नींद न पाई। कहाँ सो सेज सुखाली कामण जिस वेख नींद न पाई। कहाँ सो पानत बोली हरमा होया छाई माई। कहाँ सो पानत बोली हरमा होया छाई माई। इस जर कारण कणी विगुती इन जर कणी खुआई। पापा बाजो होवे नाई मुआ साथ न जाई। इस जर कारण कणी विगुती इन जर कणी खुआई। पापा बाजो होवे नाही मोया साथ न जाई। जिसनू आप खुआए करता खुश लए चंगियाई। जिसनू आप खुआए करता खुश लए चंगियाई। कोटि हूँ पीर वर्ज रहा है जा मीर सुनिया ताया। थान मुकाम जले बिज मंदिर मुछ मुछ कौर रुलाया। कोटि हूँ पीर वर्ज रहा है जा मीर सुनिया ताया। थान मुकाम जले थे बिज मंदिर मुछ मुछ कौर लाया। कोई मुगल न होआ अंधा किने न परचा लाया। कोई मुगल न होआ अंधा किने न परचा लाया। मुगल पठाना पई लड़ाई रण में तेग बगाई। मुगल पठाना पई लड़ाई रण में तेग बगाई। उन्नी तुपक तान चलाई उन्नी हस्त चढ़ाई। जिनकी चीरी दरगे पाटी तिन्ना मर ना पाई। उन्नी तुपक तान चलाई उन्नी हस्त चढ़ाई। जिनकी चीरी दरगे पाटी तिन्ना मर ना पाई। इक हंदवाणी अवर तुरकानी पटियानी ठुकरानी। इक हंदवाणी अवर तुरकानी पटियानी ठुकरानी। इक ना पेरन सिर खुर पाटे इक ना वास मसाणी। इक ना पेरन सिर खुर पाटे इक ना वास मसाणी। जिनके बंके करी ना आया तिनको रैन वहाणी। जिनके बंके करी ना आया तिनको रैन वहाणी। आपे करे कराए करता किसनू आख सुनाइए। दुख सुख तेरे भाणे होवे किथे जाए रवाइए। आपे करे कराए करता किसनू आख सुनाइए। दुख सुख तेरे भाणे होवे किथे जाए रवाइए। हुक्मी हुक्म चलाए विकसे नानक लिखिया पाइए। हुक्मी हुक्म चलाए विकसे नानक लिखिया पाइए। ਇਸ ਸ਼ਬਦ ਦਾ ਮਜ਼ਮੂਨ ਵੀ ਪਿਛਲੇ ਸ਼ਬਦ ਵਾਲਾ ਹੀ ਹੈ ਜੀ। ਇਹ ਜੋ ਕੁਝ ਵੀ ਗੁਰੂ ਜੀ ਆਖਦੇ ਹਨ ਵਾਪਰਿਆ ਹੈ ਉਹ ਸਭ ਕੁਝ ਪਰਮੇਸ਼ਰ ਦੇ ਭਾਣੇ ਵਿੱਚ ਹੀ ਵਾਪਰਿਆ ਹੈ। ਇਹ ਅਜਬ ਕੌਤਕ ਇਹ ਧਨ ਦੌਲਤ ਭਰਾਵਾਂ ਨੂੰ ਵੰਡ ਦਿੱਤੀ ਜੀ। ਪਰ ਇਸ ਧਨ ਦੌਲਤ ਦੀ ਖਾਤਰ ਹੀ ਬਹੁਤ ਦੁਨੀਆ ਖਰਾਬ ਹੋ ਰਹੀ ਹੈ ਜੀ। ਕੋਈ ਮੁਗਲ ਨਾ ਹੋਆ ਆਂਦਾ ਦੱਸ ਕੇ ਇਹ ਸੱਚਾਈ ਪ੍ਰਗਟ ਕਰਦਾ ਹੈ ਜੀ ਕਿ ਜਦੋਂ ਮੀਰ ਬਾਬਰ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਸੀ ਇਸ ਦੀ ਖਬਰ ਸਾਰੇ ਹਿੰਦ ਵਾਸੀਆਂ ਨੂੰ ਪਤਾ ਲੱਗ ਗਈ ਸੀ ਜੀ। ਬਜਾਏ ਇਸ ਦੇ ਕਿ ਉਹ ਮੁਗਲਾਂ ਦਾ ਬਹਾਦਰਾਂ ਵਾਂਗੂ ਮੁਕਾਬਲਾ ਕਰਦੇ
ਉਹ ਟੂਣੇ ਤਵੀਤਾਂ ਮੰਤਰ ਜੰਤਰ ਪੜ੍ਹਦੇ ਰਹੇ। ਉਹ ਜੰਤਰਾਂ ਮੰਤਰਾਂ ਨਾਲ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ। ਸੋ ਗੁਰੂ ਜੀ ਆਖਦੇ ਹਨ ਕਿ ਇਹਨਾਂ ਫੋਕੇ ਕਰਾਮਾਤੀ ਪਰਚਾਵਿਆਂ ਨੇ ਹਿੰਦੁਸਤਾਨ ਦਾ ਹਰਾ ਦਿੱਤਾ ਜੀ। ਗੁਰੂ ਜੀ ਇਸ ਘਟਨਾ ਬਾਰੇ ਸਮਝਾ ਰਹੇ ਹਨ ਕਿ ਜਦੋਂ ਕਰਤਾ ਪੁਰਖ ਆਪ ਹੀ ਸਭ ਕੁਝ ਕਰਨ ਵਾਲਾ ਹੈ ਤਾਂ ਕਿਸ ਪ੍ਰਕਾਰ ਦਾ ਗਿਲਾ ਸ਼ਿਕਵਾ ਜਾਂ ਦੁੱਖ ਪ੍ਰਗਟ ਕਰਨਾ ਹੈ ਜੀ। ਭਾਵ ਕਿ ਜੋ ਕੁਝ ਵੀ ਹੋ ਰਿਹਾ ਹੈ, ਜੰਮਣ ਮਰਨ ਦੁੱਖ ਸੁੱਖ ਹਮਲੇ, ਇਹ ਸਭ ਕੁਝ ਕਰਤਾ ਪੁਰਖ ਪਰਮੇਸ਼ਰ ਦੇ ਭਾਣੇ ਉਸਦੀ ਰਜਾ ਵਿੱਚ ਹੀ ਹੋ ਰਿਹਾ ਹੈ ਜੀ। ਸੋ ਗੁਰੂ ਜੀ ਆਖਦੇ ਹਨ ਕਿ ਉਹ ਖੇਡਾਂ ਤਮਾਸ਼ੇ ਤਬੇਲੇ ਘੋੜੇ ਕਿੱਥੇ ਹਨ ਜੀ। ਫਿਰ ਗੁਰੂ ਜੀ ਆਖਦੇ ਹਨ ਨਗਾਰੇ ਅਤੇ ਤੂਤੀਆਂ ਕਿੱਥੇ ਚਲੀਆਂ ਗਈਆਂ ਹਨ ਜੀ। ਫਿਰ ਗੁਰੂ ਜੀ ਕਹਿੰਦੇ ਤਲਵਾਰਾਂ ਬੰਨ੍ਹ ਕੇ ਰਣ ਯੁੱਧ ਵਿੱਚ ਯੋਧੇ ਗੱਡੇ ਰਹਿਣ ਵਾਲੇ ਉਹ ਸਾਰੇ ਕਿੱਥੇ, ਸੂਰਮੇ ਕਿੱਥੇ ਗਏ ਜੀ, ਬਹਾਦਰ ਕਿੱਥੇ ਗਏ ਜੀ। ਉਹਨਾਂ ਦੀਆਂ ਵਰਦੀਆਂ ਲਾਲ ਪੁਸ਼ਾਕਾਂ ਪਾਈਆਂ ਵਾਲੇ ਉਹ ਸੋਹਣੇ ਸੂਰਮੇ ਯੋਧੇ ਕਿੱਥੇ ਚਲੇ ਗਏ ਜੀ। ਉਹਨਾਂ ਦੀਆਂ ਪੁਸ਼ਾਕਾਂ ਕਿੱਥੇ ਚਲੀਆਂ ਗਈਆਂ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਸ਼ੀਸ਼ੇ ਜਿਹੜੇ ਗਹਿਣੇ ਅਥਵਾ ਸ਼ੀਸ਼ੇ ਅਤੇ ਉਹਨਾਂ ਵਿੱਚ ਵੇਖੇ ਜਾਣ ਵਾਲੇ ਸੁੰਦਰ ਮੁਖੜੇ ਉਹ ਦਿਸਦੇ ਹੀ ਨਹੀਂ ਹਨ ਜੀ। ਉਹ ਕਿੱਥੇ ਚਲੇ ਗਏ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਹ ਪਰਮੇਸ਼ਰ, ਇਹ ਜਗਤ ਸੰਸਾਰ ਤੇਰਾ ਹੈ ਜੀ। ਇਹ ਕਰਤਾ ਪੁਰਖ ਸ੍ਰਿਸ਼ਟੀ ਨੂੰ ਸਿਰਜਣਹਾਰ ਮਾਲਕ, ਤੂੰ ਹੀ ਸਾਰੀ ਸ੍ਰਿਸ਼ਟੀ ਦਾ, ਜਗਤ ਦਾ, ਸੰਸਾਰ ਦਾ ਮਾਲਕ ਹੈ ਜੀ। ਫਿਰ ਗੁਰੂ ਜੀ ਕਹਿੰਦੇ ਨੇ ਘੜੀ ਵਿੱਚ ਉਹ ਕਰਤਾ ਪੁਰਖ ਇਸ ਸ੍ਰਿਸ਼ਟੀ ਨੂੰ ਸਥਾਪਿਤ ਕਰਕੇ ਇਸ ਸੰਸਾਰ ਜਗਤ ਨੂੰ, ਸਾਰੀ ਸ੍ਰਿਸ਼ਟੀ ਨੂੰ ਵਿਸਥਾਪਿਤ ਕਰ ਦਿੰਦਾ ਹੈ ਜੀ। ਭਾਵ ਇੱਕ ਪਾਸੇ ਉਸ ਨੂੰ ਜਮਾਉਂਦਾ ਹੈ ਜੀ ਅਤੇ ਦੂਸਰੇ ਪਾਸੇ ਸ੍ਰਿਸ਼ਟੀ ਨੂੰ ਨਸ਼ਟ ਕਰ ਦਿੰਦਾ ਹੈ। ਫਿਰ ਗੁਰੂ ਜੀ ਕਹਿੰਦੇ ਨੇ ਅਤੇ ਧਨ ਦੌਲਤ ਭਰਾਵਾਂ ਵਿੱਚ ਵੰਡ ਦਿੱਤੀ ਜਾਂਦੀ ਹੈ ਜੀ। ਭਾਵ ਨਿਖੇੜ ਪਾ ਦਿੰਦੀ ਹੈ ਜੀ। ਰਹਾਓ ਫਿਰ ਗੁਰੂ ਜੀ ਕਹਿੰਦੇ ਨੇ ਕਿੱਥੇ ਹਨ ਉਹ ਘਰ ਦੁਆਰ ਮੰਡਪ ਮਹਿਲ, ਕਿੱਥੇ ਹਨ ਉਹ ਸੁੰਦਰ ਸਰਾਵਾਂ ਜੀ। ਫਿਰ ਗੁਰੂ ਜੀ ਕਹਿੰਦੇ ਨੇ ਕਿੱਥੇ ਹਨ ਉਹ ਸੁਖਦਾਇਕ ਸੇਜ ਇਸਤਰੀਆਂ ਜਿਨ੍ਹਾਂ ਨੂੰ ਵੇਖ ਕੇ ਨੀਂਦ ਨਹੀਂ ਸੀ ਆਉਂਦੀ ਜੀ। ਫਿਰ ਗੁਰੂ ਜੀ ਕਹਿੰਦੇ ਨੇ ਉਹ ਪਾਨਾਂ ਦਾ ਬੀੜਾ ਬਣਾਉਣ ਵਾਲੀਆਂ, ਪਰਦੇ ਪਿੱਛੇ ਰਹਿਣ ਵਾਲੀਆਂ ਇਸਤਰੀਆਂ ਸਭ ਕਿੱਧਰੇ ਚਲੀਆਂ ਗਈਆਂ, ਛਾਈ ਮਾਈ ਹੋ ਗਈਆਂ ਹਨ ਜੀ। ਭਾਵ ਉੱਡ ਪੁੱਡ ਗਈਆਂ ਹਨ ਜੀ, ਮਰ ਗਈਆਂ ਹਨ ਜੀ। ਫਿਰ ਗੁਰੂ ਜੀ ਕਹਿੰਦੇ ਨੇ ਇਸ ਧਨ ਦੌਲਤ ਕਰਕੇ ਬਹੁਤ ਲੁਕਾਈ ਖੁਆਰ ਹੋਈ ਹੈ ਜੀ ਅਤੇ ਇਸ ਧਨ ਦੌਲਤ ਨੇ ਬਹੁਤ ਜਨਤਾ ਨੂੰ, ਸੰਸਾਰ ਜਗਤ ਨੂੰ ਕੁਰਾਹੇ ਪਾਇਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਨੇ ਧਨ ਦੌਲਤ ਪਾਪਾਂ ਤੋਂ ਬਿਨਾਂ ਇਕੱਠੀ ਨਹੀਂ ਹੁੰਦੀ ਜੀ ਅਤੇ ਮਰਨ ਵੇਲੇ ਵੀ ਇਹ ਨਾਲ ਨਹੀਂ ਜਾਂਦੀ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਸ ਜੀਵ ਮਨੁੱਖ ਨੂੰ ਕਰਤਾ ਪੁਰਖ ਸਿਰਜਣਹਾਰ ਆਪ ਕੁਰਾਹੇ ਪਾਉਂਦਾ ਹੈ ਜੀ, ਪਹਿਲਾਂ ਉਸ ਜੀਵ ਮਨੁੱਖ ਤੋਂ ਉਸ ਦੀ ਚੰਗਿਆਈ ਖੋਹ ਲੈਂਦਾ ਹੈ ਜੀ। ਭਾਵ ਜਿਹੜੇ ਵੀ ਕੁਰਾਹੇ ਪਏ ਹੋਏ ਹਨ ਉਹਨਾਂ ਤੋਂ ਸੱਚਾ ਪਾਤਸ਼ਾਹ ਉਹਨਾਂ ਦੀ ਚੰਗਿਆਈ ਅੱਗੇ ਨਹੀਂ ਆਉਣ ਦਿੰਦਾ ਜੀ। ਫਿਰ ਗੁਰੂ ਜੀ ਕਹਿੰਦੇ ਜਦੋਂ ਪਠਾਨ ਹਾਕਮਾਂ ਨੇ ਸੁਣਿਆ ਕਿ ਬਾਬਰ ਨੇ ਹਾਹਾਕਾਰ ਕਰਕੇ ਚੜ੍ਹਾਈ ਕਰ ਦਿੱਤੀ ਹੈ ਜੀ, ਤਾਂ ਕਰੋੜਾਂ ਹੀ ਮੀਰਾਂ ਪੀਰਾਂ ਨੇ ਜਾਦੂ ਟੂਣਿਆਂ ਤਵੀਜ਼ਾਂ ਰਾਹੀਂ ਰੋਕਣ ਦਾ ਯਤਨ ਕੀਤਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰ ਰੋਕ ਨਾ ਸਕੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਥਾਂ ਠਿਕਾਣੇ ਪੱਕੇ ਮਹਿਲ ਮੰਦਰ ਸੜ ਕੇ ਸਾਰੇ ਸੁਆਹ ਹੋ ਗਏ ਜੀ। ਇਸ ਯੁੱਧ ਕਾਰਨ ਸਾਰੇ ਜੋ ਮਹਿਲ ਪੱਕੇ ਠਿਕਾਣੇ ਸਨ, ਮੰਦਰ ਸਨ, ਸਭ ਕੁਛ ਸੜ ਕੇ ਸੁਆਹ ਹੋ ਗਏ ਅਤੇ ਜੋ ਰਣ ਦੇ ਵਿੱਚ ਲੜਨ ਵਾਲੇ ਸ਼ਹਿਜ਼ਾਦੇ ਸਨ ਉਹਨਾਂ ਦੇ
ਟੋਟੇ ਟੋਟੇ ਹੋ ਗਏ ਤੇ ਮਿੱਟੀ ਵਿੱਚ ਉਹ ਰੁਲ ਗਏ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਸਾਰੇ ਯਤਨਾਂ ਦੇ ਬਾਵਜੂਦ ਕੋਈ ਵੀ ਮੁਗਲ ਅੰਨਾ ਨਾ ਹੋਇਆ ਜੀ, ਅਤੇ ਕਿਸੇ ਪੀਰ ਨੇ ਵੀ ਕੋਈ ਕਰਾਮਾਤ ਨਾ ਵਿਖਾਈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਦੋਂ ਮੁਗਲਾਂ ਅਤੇ ਪਠਾਣਾਂ ਦੀ ਲੜਾਈ ਹੋਈ ਜੀ ਅਤੇ ਯੁੱਧ ਭੂਮੀ ਵਿੱਚ ਤਲਵਾਰ ਚਲਾਈ ਗਈ ਜੀ, ਅਤੇ ਉਹਨਾਂ ਮੁਗਲਾਂ ਨੇ ਸ਼ਿਸਤਾਂ ਲਗਾ ਕੇ ਬੰਦੂਕਾਂ ਚਲਾਈਆਂ ਜੀ, ਅਤੇ ਉਹਨਾਂ ਪਠਾਣਾਂ ਨੇ ਹਾਥੀਆਂ ਨੂੰ ਚੜਾਇਆ, ਭਾਵ ਵਸਾਇਆ, ਤਾਂ ਕਿ ਉਹ ਲੜਾਈ ਵਿੱਚ ਲੜਨ ਵਾਲੇ ਯੋਧਿਆਂ ਉੱਤੇ, ਉਹਨਾਂ ਉੱਤੇ ਸਰੀਰਾਂ 'ਤੇ ਚੜ੍ਹਨ, ਉਹਨਾਂ ਨੂੰ ਮਾਰਨ। ਗੁਰੂ ਜੀ ਆਖਦੇ ਹਨ, ਜਿਨ੍ਹਾਂ ਦੀ ਜੀਵਨ ਅਵਧੀ ਦੀ ਚਿੱਠੀ ਈਸ਼ਵਰੀ ਦਰਗਾਹ ਵਿੱਚ ਫਟ ਗਈ ਹੋਵੇ, ਉਹਨਾਂ ਦਾ ਮਰਨਾ ਅਵਸ਼ ਸੰਭਵ ਹੋ ਗਿਆ ਸੀ। ਭਾਵ ਜਿਨ੍ਹਾਂ ਦੀ ਉਮਰ ਥੋੜ੍ਹੀ ਲਿਖੀ ਸੀ, ਇਸ ਤਰ੍ਹਾਂ ਦੀ ਲਿਖੀ ਸੀ ਕਿ ਇਸ ਤਰ੍ਹਾਂ ਹੀ ਉਹਨਾਂ ਨੇ ਮਰਨਾ। ਗੁਰੂ ਜੀ ਕਹਿੰਦੇ ਹਨ, ਇਸ ਕਰਕੇ ਉਹਨਾਂ ਨਾਲ ਇਹ ਕਾਰਾ ਵਰਤਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਕਈ ਹਿੰਦੂ ਇਸਤਰੀਆਂ, ਕਈ ਪਠਾਣੀਆਂ, ਕਈ ਪਟਿਆਣੀਆਂ ਅਤੇ ਕਈ ਠੁਕਰਾਣੀਆਂ ਦੇ ਬਸਤਰ, ਬੁਰਕੇ ਸਿਰ ਤੋਂ ਲੈ ਕੇ ਪੈਰਾਂ ਤੱਕ ਫਟੇ ਹੋਏ ਸਨ। ਭਾਵ ਉਹ ਵਿਚਾਰੀਆਂ ਆਪਣੇ ਘਰ ਵਾਲੇ, ਆਪਣੇ ਬੱਚਿਆਂ ਤੋਂ ਸਿਵਾ ਉਹਨਾਂ ਦੀ ਇੱਜ਼ਤ ਖੋਈ ਗਈ ਜੀ, ਅਤੇ ਉਹਨਾਂ ਦੇ ਕੱਪੜੇ ਵੀ ਫਾੜੇ ਗਏ, ਅਤੇ ਕਈਆਂ ਦਾ ਵਾਸਾ ਮਸਾਣਾਂ ਵਿੱਚ ਹੋ ਗਿਆ ਜੀ। ਭਾਵ ਕਈ ਮਰ ਗਈਆਂ ਜੀ ਇਸੇ ਗਮ 'ਚ। ਫਿਰ ਗੁਰੂ ਜੀ ਕਹਿੰਦੇ, ਜਿਨ੍ਹਾਂ ਦੇ ਸੁੰਦਰ ਬਾਂਕੇ ਗੱਭਰੂ ਪਤੀ ਘਰਾਂ ਨੂੰ ਨਹੀਂ ਪਰਤੇ ਜੀ, ਉਹਨਾਂ ਇਸਤਰੀਆਂ ਦੀ ਰਾਤ ਕਿਵੇਂ ਗੁਜ਼ਰੇ ਜੀ ਹੁਣ। ਫਿਰ ਗੁਰੂ ਜੀ ਕਹਿੰਦੇ ਹਨ, ਹੁਕਮ ਉਸ ਪਰਮੇਸ਼ਰ ਦਾ ਹੁਕਮ ਹੈ ਜੀ, ਅਤੇ ਉਹ ਆਪ ਹੀ ਸਭ ਕੁਝ ਕਰਦਾ ਅਤੇ ਕਰਾਉਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ, ਪਰ ਇਹ ਕਿਸ ਨੂੰ ਕਹਿ ਕੇ ਸੁਣਾਈਏ ਜੀ। ਭਾਵ ਕਿਸ ਅੱਗੇ ਫਿਰ ਫਰਿਆਦ ਕਰੀਏ ਜੀ ਕਿ ਜੋ ਹੋਇਆ ਅੱਛਾ ਨਹੀਂ ਹੋਇਆ ਜੀ। ਫਿਰ ਗੁਰੂ ਜੀ ਕਹਿੰਦੇ ਨੇ, ਹੇ ਪਰਮੇਸ਼ਰ, ਦੁੱਖ ਅਤੇ ਸੁੱਖ ਤੇਰੀ ਇੱਛਾ ਅਨੁਸਾਰ ਹੁੰਦੇ ਹਨ ਜੀ। ਫਿਰ ਕਿਸ ਪਾਸ ਜਾ ਕੇ ਰੋਈਏ। ਫਿਰ ਗੁਰੂ ਜੀ ਕਹਿੰਦੇ ਹਨ, ਨਾਨਕ ਦਾ ਕਥਨ ਹੈ ਜੀ ਕਿ ਹੁਕਮ ਕਰਨ ਵਾਲਾ ਪਰਮੇਸ਼ਰ ਆਪਣੇ ਹੁਕਮ ਵਿੱਚ ਹੀ ਸਭ ਕੁਝ ਚਲਾਉਂਦਾ ਹੈ ਜੀ, ਅਤੇ ਹੁਕਮ ਵਿੱਚ ਇਹ ਜਗਤ ਤਮਾਸ਼ਾ ਉਸ ਦਾ ਹੀ ਰਚਾਇਆ ਹੋਇਆ ਹੈ ਜੀ, ਅਤੇ ਉਹ ਪ੍ਰਸੰਨ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ, ਪਰ ਆਪਣੇ ਭਾਗਾਂ ਕਰਕੇ, ਆਪਣੇ ਕਰਮਾਂ ਕਰਕੇ, ਜੋ ਕਿਸੇ ਦੇ ਕਰਮਾਂ ਵਿੱਚ ਲਿਖਿਆ ਹੋਵੇ ਉਸੇ ਤਰ੍ਹਾਂ ਹੀ ਉਹ ਉਸ ਤਰ੍ਹਾਂ ਦਾ ਫਲ ਪਾਉਂਦਾ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਆਖਦੇ ਹਨ, ਇਸ ਸ਼ਬਦ ਦਾ ਸੰਬੰਧ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਕਿਹਾ ਹੈ ਕਿ ਬਾਬਰ ਦੇ ਹਮਲੇ ਨਾਲ ਹੀ ਹੈ ਜੀ, ਅਤੇ ਪਹਿਲੇ ਸ਼ਬਦ ਵਿੱਚ ਵੀ ਜਿਹੜੀ ਪਹਿਲੀ ਅਸਲੀ ਸੀ ਉਹ ਵੀ ਬਾਬਰ ਦੇ ਹਮਲੇ ਦੇ ਬਾਰੇ ਹੀ ਗੁਰੂ ਜੀ ਨੇ ਦੱਸਿਆ ਹੈ। ਇਸ ਤੋਂ ਪਹਿਲੀ ਅਸਲੀ ਵਾਂਗ ਯਥਾ ਯੁੱਧ ਜੋ ਹੋਇਆ ਉਹਦਾ ਹੀ ਚਿਤਰਨ ਕੀਤਾ ਗਿਆ ਹੈ ਜੀ, ਕਿ ਕਿਤਨੀ ਤਬਾਹੀ ਹੋਈ ਜੀ, ਅਤੇ ਕਿਸ ਤਰ੍ਹਾਂ ਲੋਕੀ ਰੁਲੇ, ਕਿੰਨੀਆਂ ਇਸਤਰੀਆਂ ਦੀ ਦੁਰਗਤ ਕਿਸ ਤਰ੍ਹਾਂ ਹੋਈ ਜੀ। ਫਿਰ ਗੁਰੂ ਜੀ ਕਹਿੰਦੇ, ਪਰ ਇਹ ਸਭ ਈਸ਼ਵਰੀ ਭਾਣੇ ਹੁਕਮ ਅਨੁਸਾਰ ਹੋਇਆ ਜੀ। ਇਸ ਹੁਕਮ ਨੂੰ, ਭਾਣੇ ਨੂੰ, ਰੁਝਾਨ ਨੂੰ ਬਦਲਣ ਲਈ ਕਿਸੇ ਪੀਰ, ਫਕੀਰ, ਪੰਡਿਤ ਨੇ ਕੋਈ ਕਰਾਮਾਤ ਜਾਂ ਕ੍ਰਿਸ਼ਮਾ ਨਹੀਂ ਵਿਖਾਇਆ ਜੀ। ਭਾਵ ਉਹਨਾਂ ਦਾ ਕੋਈ ਕਰਾਮਾਤ ਅਤੇ ਉਹਨਾਂ ਦੇ ਜੰਤਰ ਮੰਤਰ ਨਹੀਂ ਚੱਲੇ ਜੀ। ਫਿਰ ਗੁਰੂ ਜੀ ਕਹਿੰਦੇ, ਪਠਾਣਾਂ ਦੀ ਕਿੰਨੀ ਲੱਕ ਤੋੜ ਵੀ ਹਾਰ ਹੋਈ, ਅਤੇ ਕਿਤਨੇ ਹੀ ਲੋਕ ਮਾਰੇ ਕੱਟੇ ਗਏ ਜੀ। ਫਿਰ ਗੁਰੂ ਜੀ ਕਹਿੰਦੇ, ਪਰ ਇਹ ਸਭ ਕੁਝ ਪਰਮੇਸ਼ਰ ਦੇ ਹੁਕਮ ਵਿੱਚ ਹੀ ਹੋਇਆ ਹੈ ਜੀ। ਦੁੱਖ ਸੁੱਖ ਸਭ ਕੁਝ ਪਰਮੇਸ਼ਰ ਦੇ ਹੁਕਮ, ਪਰਮੇਸ਼ਰ ਦੇ ਭਾਣੇ ਅਨੁਸਾਰ ਹੀ ਹੁੰਦਾ ਹੈ ਜੀ, ਅਤੇ ਪਰਮੇਸ਼ਰ ਦੇ ਭਾਣੇ ਨੂੰ ਸਿਰ ਮੱਥੇ ਮੰਨਣਾ ਪੈਂਦਾ ਹੈ ਜੀ। ਜਿਸ ਤਰ੍ਹਾਂ
ਇਸ ਸ਼ਬਦ ਦੀਆਂ ਇਹਨਾਂ ਪੰਕਤੀਆਂ 'ਚ ਗੁਰੂ ਜੀ ਆਖਦੇ ਹਨ, ਆਪੇ ਕਰੇ ਕਰਾਏ ਕਰਤਾ ਕਿਸਨੂੰ ਆਖ ਸੁਣਾਈਏ। ਆਪੇ ਕਰੇ ਕਰਾਏ ਕਰਤਾ ਕਿਸਨੂੰ ਆਖ ਸੁਣਾਈਏ। ਦੁੱਖ ਸੁੱਖ ਤੇਰੇ ਭਾਣੇ ਹੋਵੇ ਕਿਸ ਥੈਂ ਜਾਏ ਰਵਾਈਏ। ਦੁੱਖ ਸੁੱਖ ਤੇਰੇ ਭਾਣੇ ਹੋਵੇ ਕਿਸ ਥੈਂ ਜਾਏ ਰਵਾਈਏ। ਹੁਕਮੀ ਹੁਕਮ ਚਲਾਏ ਵਿਗਸੇ ਨਾਨਕ ਲਿਖਿਆ ਪਾਈਏ। ਹੁਕਮੀ ਹੁਕਮ ਚਲਾਏ ਵਿਗਸੇ ਨਾਨਕ ਲਿਖਿਆ ਪਾਈਏ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚ ਖਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।